ਹੈਲੋ ਸਟੂਡੈਂਟਸ, ਅੱਜ ਜਿਹੜੀ ਆ ਆਪਾਂ ਨੈਕਸਟ ਪੋਇਮ ਕਰਨੀ ਆ ਸੁਰਜੀਤ ਪਾਤਰ ਦੀ ਲਿਖੀ ਹੋਈ ਕਵਿਤਾ ਹਨੇਰਾ ਜਰੇਗਾ ਕਿਵੇਂ। ਠੀਕ ਹੈ, ਸੋ ਇਹਦੇ ਵਿੱਚ ਜਿਹੜੀ ਆ ਸੁਰਜੀਤ ਪਾਤਰ ਨੇ ਹਨੇਰੇ ਤੋਂ ਭਾਵ ਲਿਆ ਆ ਅਗਿਆਨਤਾ। ਅਗਿਆਨਤਾ ਮਤਲਬ ਜਿਹੜੇ ਲੋਕ ਅਗਿਆਨਤਾ ਦਾ ਸਾਥ ਦਿੰਦੇ, ਭਾਵ ਭੈੜ ਦੇ ਨਾਲ ਖੜਦੇ ਆ, ਸੱਚਾਈ ਦਾ ਸਾਥ ਨਹੀਂ ਦਿੰਦੇ। ਜਰੇਗਾ ਦਾ ਮਤਲਬ ਹੁੰਦਾ ਸਹਿਨ ਕਰਨਾ। ਕਿਵੇਂ ਮਤਲਬ ਕਿਸ ਤਰ੍ਹਾਂ। ਸੋ ਇਹਦੇ ਵਿੱਚ ਜਿਹੜਾ ਹੈ ਪੋਇਮ ਦਾ ਸਿਰਲੇਖ ਉਹਨਾਂ ਨੇ ਦਿੱਤਾ ਆ ਹਨੇਰਾ ਜਰੇਗਾ ਕਿਵੇਂ, ਕਿ ਜਿਹੜੇ ਅਗਿਆਨਤਾ ਫੈਲਾਉਣ ਵਾਲੇ ਲੋਕ ਆ ਉਹ ਇਸ ਚੀਜ਼ ਨੂੰ ਕਿਵੇਂ ਸਹਿਨ ਕਰਨਗੇ। ਸੋ ਇਹਦੇ ਵਿੱਚ ਜਿਹੜਾ ਕਵੀ ਸੁਰਜੀਤ ਪਾਤਰ ਆ ਉਹਨੇ ਇਹ ਕਵਿਤਾ ਇੱਕ ਦੁਚਿੱਤੀ ਹੁੰਦਾ ਹੈ ਜਦੋਂ ਬੰਦਾ ਦੋਹਰੀ ਸੋਚ ਦਾ ਮਾਲਕ ਹੁੰਦਾ ਆ ਕਿ ਉਹ ਕੰਮ ਕਰੇ ਜਾਂ ਨਾ ਕਰੇ। ਸੋ ਦੋਹਰੀ ਸੋਚ ਦੇ ਵਿੱਚ ਜਾਂ ਦੁਚਿੱਤੀ ਦੇ ਵਿੱਚ ਉਹ ਫਸਿਆ ਹੋਇਆ ਆ ਕਿ ਉਹਨੂੰ ਜਿਹੜਾ ਹੈ ਕਿਸ ਚੀਜ਼ ਦਾ ਸਾਥ ਦੇਣਾ ਚਾਹੀਦਾ ਆ। ਜੇਕਰ ਤਾਂ ਉਹ ਸੱਚਾਈ ਦਾ ਸਾਥ ਦਿੰਦਾ ਆ ਤਾਂ ਜਿਹੜੇ ਅਗਿਆਨਤਾ ਫੈਲਾਉਣ ਵਾਲੇ, ਭੈੜ ਫੈਲਾਉਣ ਵਾਲੇ ਲੋਕ ਆ ਉਹਨਾਂ ਕੋਲ ਇਹ ਚੀਜ਼ ਬਰਦਾਸ਼ਤ ਨਹੀਂ ਹੋਣੀ। ਪਰ ਜੇਕਰ ਉਹ ਅਗਿਆਨਤਾ ਦਾ ਸਾਥ ਦਿੰਦਾ ਆ, ਜਿਹੜੇ ਸਿਆਸੀ ਲੀਡਰ ਆ ਉਹਨਾਂ ਦੇ ਨਾਲ ਖੜਦਾ ਆ, ਤਾਂ ਜਿਹੜੇ ਲੋਕ ਸੱਚ ਦਾ ਸਾਥ ਦੇਣ ਵਾਲੇ ਆ ਉਹਨੂੰ ਜਿਹੜਾ ਹੈ ਇਹ ਚੀਜ਼ ਬਰਦਾਸ਼ਤ ਨਹੀਂ ਹੋਣੀ। ਸੋ ਇੱਥੇ ਜਿਹੜਾ ਕਵੀ ਹੈ ਉਹ ਦੁਚਿੱਤੀ ਦੇ ਵਿੱਚ ਹੈ ਕਿ ਉਹ ਕੀ ਕਰੇ ਤੇ ਕੀ ਨਾ ਕਰੇ। ਸੋ ਇਹ ਜਿਹੜਾ ਹੈ ਇਹਦੇ ਵਿੱਚ ਇੱਕ ਪਾਸੇ ਸੱਚ ਦਾ ਸਾਥ ਦੇਣ ਵਾਲੇ ਉਹਦੇ ਪਿਆਰੇ ਦੋਸਤ ਆ ਜਿਨ੍ਹਾਂ ਨੇ ਸ਼ੁਰੂ ਤੋਂ ਇੱਕ ਮਰਿਆਦਾ ਦਾ ਸਾਥ ਦਿੱਤਾ ਆ, ਚੁੱਪ ਰਹਿਣ ਦੀ ਮਰਿਆਦਾ ਕਿ ਨਹੀਂ ਬੋਲਣਾ। ਤੇ ਦੂਸਰੇ ਪਾਸੇ ਜਿਹੜੇ ਆ ਉਹ ਲੋਕ ਆ ਸਿਆਸੀ ਜਿਹੜੇ ਕਿ ਅਗਿਆਨਤਾ ਜਾਂ ਖੋਖਲੀਆਂ ਪਰੰਪਰਾਵਾਂ, ਭੈੜ ਦਾ, ਬੁਰਾਈ ਦਾ ਸਾਥ ਦਿੰਦੇ ਆ ਰਹੇ ਆ। ਸੋ ਜਿਹੜੇ ਉਹਦੇ ਦੋਸਤ ਆ ਉਹ ਆਪਣੇ ਕਵੀ ਤੋਂ ਬਹੁਤ ਸਾਰੀਆਂ ਉਮੀਦਾਂ ਲਗਾ ਕੇ ਬੈਠੇ ਆ, ਤੇ ਦੂਸਰੇ ਪਾਸੇ ਉਹ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਉੱਪਰ ਨਹੀਂ ਆਉਣ ਦੇਣਾ ਚਾਹੁੰਦੇ, ਸੱਚ ਨੂੰ ਉੱਪਰ ਨਹੀਂ ਆਉਣ ਦੇਣਾ ਚਾਹੁੰਦੇ। ਸੋ ਜਿਹੜਾ ਕਵੀ ਹੈ ਉਹ ਇਹ ਸੋਚਦਾ ਆ ਕਿ ਉਹ ਸੱਚ ਦਾ ਸਾਥ ਦੇਵੇ, ਭਾਵ ਆਪਣੇ ਦੋਸਤਾਂ ਦਾ ਸਾਥ ਦੇਵੇ, ਜਾਂ ਫਿਰ ਜਿਹੜਾ ਹੈ ਉਹ ਚੁੱਪਚਾਪ ਜਿਹੜਾ ਹੈ ਉਸ ਚੀਜ਼ ਨੂੰ ਵੇਖੇ। ਠੀਕ ਹੈ, ਸੋ ਦੇਖਦੇ ਹਾਂ ਕਵਿਤਾ ਦੇ ਵਿੱਚ ਕੀ ਦੱਸਣ ਦੀ ਕੋਸ਼ਿਸ਼ ਕੀਤੀ ਆ। ਪਹਿਲਾ ਪੈਰਾ ਹੈ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਸ਼ਮਾਦਾਨ ਕਹਿੰਦੇ ਚਿਰਾਗਦਾਨ, ਭਾਵ ਜਿਹੜੇ ਕਿ ਸੱਚ ਦਾ ਸਾਥ ਦੇਣਾ ਚਾਹੁੰਦੇ ਆ, ਰੌਸ਼ਨੀ ਦਾ ਸਾਥ ਦੇਣਾ ਚਾਹੁੰਦੇ ਆ, ਚਾਨਣ ਦਾ ਸਾਥ ਦੇਣਾ ਚਾਹੁੰਦੇ ਆ, ਭਾਵ ਅਗਿਆਨਤਾ ਦੇ ਵਿਰੁੱਧ ਖੜਦੇ ਆ, ਭੈੜ ਦੇ ਵਿਰੁੱਧ ਖੜਦੇ ਆ। ਸੋ ਦੋ ਧਿਰਾਂ ਆ ਇਹਦੇ ਵਿੱਚ, ਇੱਕ ਤਾਂ ਉਹ ਆ ਗਏ ਜਿਹੜੇ ਅਗਿਆਨਤਾ ਫੈਲਾਉਣਾ ਚਾਹੁੰਦੇ ਆ, ਤੇ ਦੂਸਰੇ ਉਹ ਆ ਗਏ ਜਿਹੜੇ ਕਿ ਚਿਰਾਗਦਾਨ ਹੈ, ਭਾਵ ਸੱਚਾਈ ਦਾ, ਅਸਲੀਅਤ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਚਾਹੁੰਦੇ ਆ। ਪਰ ਉਹਨਾਂ ਲੋਕਾਂ ਨੇ ਜਿਹੜਾ ਹੈ ਨਾ ਉਹ ਹਮੇਸ਼ਾ ਇੱਕ ਆਪਣੇ ਪਿਓ ਦਾਦੇ ਦੀ ਮਰਿਆਦਾ ਨੂੰ ਨਿਭਾਇਆ ਆ ਕਿ ਹਰ ਜਿਹੜੀ ਬੁਰਾਈ ਆ ਉਹਨੂੰ ਚੁੱਪਚਾਪ ਸਹਿਣ ਕਰਨਾ ਆ, ਭੈੜ ਦੇ ਖਿਲਾਫ ਬੋਲਣਾ ਨਹੀਂ ਹੈ। ਤਾਂ ਕਵੀ ਜਿਹੜਾ ਆ ਉਹ ਕਹਿੰਦਾ ਆ ਕੁਝ ਕਿਹਾ, ਕਿ ਜੇਕਰ ਉਹ ਕੁਝ ਵੀ ਬੋਲਦਾ ਆ, ਕੁਝ ਵੀ ਆਖਦਾ ਆ, ਤਾਂ ਜਿਹੜੇ ਲੋਕ ਅਗਿਆਨਤਾ ਫੈਲਾਉਣਾ ਚਾਹੁੰਦੇ ਆ, ਭੈੜ ਫੈਲਾਉਣਾ ਚਾਹੁੰਦੇ ਆ, ਜਾਂ ਸੱਚਾਈ ਨੂੰ ਉੱਪਰ ਨਹੀਂ ਆਉਣ ਦੇਣਾ ਚਾਹੁੰਦੇ ਨਾ, ਤਾਂ ਉਹ ਇਹ ਸਹਿਨ ਨਹੀਂ ਕਰ ਪਾਉਣਗੇ। ਉਹਨਾਂ ਕੋਲੋਂ ਇਹ ਚੀਜ਼ ਬਰਦਾਸ਼ਤ ਹੀ ਨਹੀਂ ਹੋਣੀ ਕਿ ਉਹਨਾਂ ਦੀ ਜਿਹੜੀ ਹੈਗੀ ਆ ਅਸਲੀਅਤ ਲੋਕਾਂ ਦੇ ਸਾਹਮਣੇ ਆਵੇ। ਚੁੱਪ ਰਿਹਾ, ਪਰ ਜੇਕਰ ਉਹ ਚੁੱਪ ਰਹਿੰਦਾ ਆ, ਕੁਝ ਵੀ ਨਹੀਂ ਬੋਲਦਾ, ਭੈੜ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਉਂਦਾ, ਤਾਂ ਜਿਹੜੇ ਚਿਰਾਗਦਾਨ ਲੋਕ ਸੀ ਉਹਨੂੰ ਕੀ ਕਹਿਣਗੇ। ਹੁਣ ਇੱਥੇ ਚਿਰਾਗਦਾਨ ਲੋਕ ਜਿਹੜੇ ਨਾ ਉਹਨਾਂ ਤੋਂ ਭਾਵ ਕਵੀ ਦੇ ਦੋਸਤਾਂ ਤੋਂ ਲਿਆ ਗਿਆ ਆ, ਜਿਹੜੇ ਕਿ ਸੱਚ ਦਾ, ਰੋਸ਼ਨੀ ਦਾ ਸਾਥ ਦੇਣਾ ਚਾਹੁੰਦੇ ਸੀ। ਸੋ ਇੱਕ ਪਾਸੇ ਤਾਂ ਕਵੀ ਦੇ ਦੋਸਤ ਆ ਜੋ ਸੱਚ ਦੇ ਨਾਲ ਖੜੇ ਸੀ, ਦੂਸਰੇ ਪਾਸੇ ਉਹ ਧਿਰਾਂ ਆ ਜਿਹੜੀਆਂ ਕਿ ਅਗਿਆਨਤਾ ਫੈਲਾਉਣਾ ਚਾਹੁੰਦੀਆਂ ਸੀ। ਸੋ ਹੁਣ ਇੱਥੇ ਕਵੀ ਜਿਹੜਾ ਹੈ ਦੋਨੋਂ ਪਾਸੇ ਫਸਿਆ ਹੋਇਆ ਆ ਕਿ ਜੇ ਤਾਂ ਉਹ ਕੁਛ ਕਹਿੰਦਾ ਆ, ਅਗਿਆਨਤਾ ਫੈਲਾਉਣ ਵਾਲੀਆਂ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਵਿਰੁੱਧ ਬੋਲਦਾ ਆ, ਧਿਰਾਂ ਦੇ ਖਿਲਾਫ, ਤਾਂ ਉਹਨਾਂ ਕੋਲ ਇਹ ਚੀਜ਼ ਸਹਿਣ ਨਹੀਂ ਹੋਣੀ। ਜੇਕਰ ਉਹ ਚੁੱਪ ਰਹਿੰਦਾ ਆ, ਕੁਛ ਵੀ ਨਹੀਂ ਬੋਲਦਾ, ਜਾਂ ਭੈੜ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਉਂਦਾ ਨਾ, ਤਾਂ ਜਿਹੜੇ ਚਿਰਾਗਦਾਨ ਲੋਕ ਸੀ, ਭਾਵ ਜਿਹੜੀ ਅਸਲੀਅਤ ਦਾ ਜਿਹੜਾ ਹੈ ਉਹ ਡਟ ਕੇ ਸਾਹਮਣਾ ਕਰਨਾ ਚਾਹੁੰਦੇ ਸੀ, ਅਸਲੀਅਤ ਦਾ ਸਾਥ ਦੇਣਾ ਚਾਹੁੰਦੇ ਸੀ, ਉਹਨੂੰ ਕੀ ਕਹਿਣਗੇ। ਗੀਤ ਦੀ ਮੌਤ, ਹੁਣ ਕਵੀ ਜਿਹੜਾ ਹੈ ਉਹ ਕਵਿਤਾ ਲਿਖਦਾ ਹੈ। ਹੁਣ ਕਵੀ ਜਿਹੜਾ ਹੈ ਉਹ ਕਹਿੰਦਾ ਗੀਤ ਦੀ ਮੌਤ
इस रात जे हो गई मेरा जीना मेरे यार किंज सहनगे। कि ਜਿਹੜੇ ਉਹਦੇ ਦੋਸਤ ਸੀ ਉਤੋਂ ਬਹੁਤ ਸਾਰੀਆਂ ਉਮੀਦਾਂ ਲਗਾ ਕੇ ਇਸ ਦੁਨੀਆ ਤੋਂ ਚਲੇ ਗਏ, ਇਹ ਉਮੀਦ ਲਗਾ ਕੇ ਕਿ ਉਹਨਾਂ ਦਾ ਜਿਹੜਾ ਕਵੀ ਦੋਸਤ ਹੈ ਨਾ ਉਹ ਉਹਨਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਗੀਤ ਜ਼ਰੂਰ ਲਿਖੇਗਾ, ਭਾਵ ਉਹਨਾਂ ਦੀ ਆਵਾਜ਼ ਨੂੰ ਜਿਹੜਾ ਹੈ ਉਹ ਬੁਲੰਦ ਕਰੇਗਾ, ਉਹਨਾਂ ਦੀ ਆਵਾਜ਼ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਏਗਾ। ਪਰ ਜੇਕਰ ਉਹਨੇ ਕੋਈ ਵੀ ਗੀਤ ਨਾ ਲਿਖਿਆ, ਉਹਦੇ ਗੀਤ ਦੀ ਮੌਤ ਹੋ ਗਈ, ਭਾਵ ਉਹਨੇ ਕੋਈ ਵੀ ਗੀਤ ਜਿਹੜਾ ਆ ਨਾ ਲਿਖਿਆ, ਭਾਵ ਸੱਚ ਦਾ ਸਾਥ ਨਾ ਦਿੱਤਾ, ਤਾਂ ਉਹਦੇ ਜਿਹੜੇ ਦੋਸਤ ਹੈ ਨਾ ਉਹ ਇਸ ਚੀਜ਼ ਨੂੰ ਸਹਿਨ ਨਹੀਂ ਕਰਨਗੇ। ਉਹ ਕਿੱਦਾਂ ਸਹਿਨ ਕਰ ਲੈਣਗੇ ਕਿ ਉਹਨਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਕਵੀ ਦੋਸਤ ਨੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਵੀ ਗੀਤ ਨਹੀਂ ਲਿਖਿਆ। ਸੋ ਇੱਥੇ ਜਿਹੜਾ ਕਵੀ ਹੈ ਉਹ ਇਹ ਸੋਚਦਾ ਹੈ ਕਿ ਉਹ ਗੀਤ ਜੇਕਰ ਲਿਖਦਾ ਹੈ, ਭਾਵ ਅਗਿਆਨਤਾ ਦੇ ਵਿਰੁੱਧ ਬੋਲਦਾ ਹੈ, ਤਾਂ ਉਹਨਾਂ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ। ਜੇਕਰ ਉਹ ਚੁੱਪ ਰਹਿੰਦਾ ਆ ਤਾਂ ਜਿਹੜੇ ਉਹਦੇ ਦੋਸਤ ਉਹ ਤੋਂ ਬਹੁਤ ਸਾਰੀਆਂ ਉਮੀਦਾਂ ਲਗਾ ਕੇ ਇਸ ਦੁਨੀਆ ਤੋਂ ਚਲੇ ਗਏ ਆ, ਉਹ ਵਿਚਾਰੇ ਜਿਹੜੇ ਆ ਇਸ ਚੀਜ਼ ਨੂੰ ਸਹਿਨ ਨਹੀਂ ਕਰਨਗੇ। ਸੋ ਦੋਨੋਂ ਪਾਸੇ ਕਵੀ ਜਿਹੜਾ ਆ ਉਹ ਦੁਚਿੱਤੀ ਦੇ ਵਿੱਚ ਹੈ ਕਿ ਉਹ ਗੀਤ ਲਿਖੇ ਨਾ ਲਿਖੇ, ਕੀ ਕਰੇ। ਇਸ ਅਦਾਲਤ 'ਚ ਬੰਦੇ ਬਿਰਕ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਸੋ ਇਸ ਜਿਹੜੇ ਪੈਰੇ ਦੇ ਵਿੱਚ ਨਾ ਕਵੀ ਨੇ ਸਾਡੇ ਨਇਆ ਪ੍ਰਬੰਧ, ਸਾਡਾ ਜੋ ਅੱਜ ਕੱਲ੍ਹ ਦਾ ਕਹਿ ਲਓ ਨਾ ਕਿ ਜੋ ਕੋਰਟ ਕਚਹਿਰੀ ਦਾ ਸਿਸਟਮ ਆ, ਜੋ ਨਇਆ ਪ੍ਰਬੰਧ ਆ, ਉਹਦੇ ਉੱਪਰ ਸਿੱਧੇ ਤਾਨੇ ਕੱਸੇ ਆ, ਇਹ ਕਹਿ ਕੇ ਕਿ ਅੱਜ ਦੀ ਸਾਡੀ ਜਿਹੜੀ ਨਇਆ ਪ੍ਰਣਾਲੀ ਹੈ ਨਾ ਬਹੁਤ ਹੀ ਖਰਾਬ ਆ, ਬਹੁਤ ਹੀ ਮਾੜੀ ਆ। ਕਿਉਂਕਿ ਬੰਦਿਆਂ ਦੀਆਂ ਉਮਰਾਂ ਬੀਤ ਜਾਂਦੀਆਂ ਨੇ ਪਰ ਫੈਸਲਾ ਸੁਣਨ ਨੂੰ ਨਹੀਂ ਮਿਲਦਾ। ਸਾਰੀ ਉਮਰ ਕੋਰਟ ਕਚਹਿਰੀਆਂ ਦੇ, ਅਦਾਲਤਾਂ ਦੇ ਚੱਕਰ ਕੱਟਦੇ ਮਨੁੱਖ ਦੀ ਜ਼ਿੰਦਗੀ ਨਿਕਲ ਜਾਂਦੀ ਹੈ, ਪਰ ਫੈਸਲਾ ਜਿਹੜਾ ਆ ਉਹ ਸੁਣਨ ਨੂੰ ਨਹੀਂ ਮਿਲਦਾ। ਸੋ ਕਵੀ ਜਿਹੜਾ ਕੀ ਕਹਿੰਦਾ ਆ ਕਿ ਇਸ ਅਦਾਲਤ ਦੇ ਵਿੱਚ ਕਿ ਜੋ ਸਾਡਾ ਅੱਜ ਦਾ ਨਇਆ ਪ੍ਰਬੰਧ ਹੈ, ਜੋ ਕੋਰਟ ਕਚਹਿਰੀ ਅਦਾਲਤ ਹੈ ਨਾ, ਉਹਦੇ ਵਿੱਚ ਆਪਣੇ ਹੱਕ ਦੇ ਵਿੱਚ ਇਨਸਾਫ ਸੁਣਨ ਦੇ ਲਈ ਮਨੁੱਖ ਦੀ ਸਾਰੀ ਉਮਰ ਬੀਤ ਜਾਂਦੀ ਹੈ, ਸੁਣਦਿਆਂ ਸੁੱਕ ਗਏ ਕਿ ਉਹਨਾਂ ਦਾ ਜਿਹੜਾ ਨਾ ਸਰੀਰ ਐਨੂੰ ਸੁੱਕ ਜਾਂਦਾ ਹੈ ਇਸ ਉਮੀਦ ਤੇ ਕਿ ਸ਼ਾਇਦ ਉਹਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਹੋਏਗਾ। ਔਰ ਉਹਨਾਂ ਦੀ ਹਾਲਤ ਜਿਹੜੀ ਹੈ ਨਾ ਬਿਲਕੁਲ ਸੁੱਕੇ ਹੋਏ ਬਿਰਖ ਦੀ ਤਰ੍ਹਾਂ, ਰੁੱਖ ਦੀ ਤਰ੍ਹਾਂ ਹੋ ਜਾਂਦੀ ਹੈ, ਬੇਜਾਨ, ਨਾ ਵਿਚਾਰੇ ਬੋਲ ਸਕਦੇ ਆ ਨਾ ਕੁਝ ਕਹਿ ਸਕਦੇ ਆ। ਸੋ ਹਾਲਤ ਉਹਨਾਂ ਦੀ ਬਿਲਕੁਲ ਬੇਜਾਨ ਰੁੱਖ ਵਰਗੀ ਹੋ ਜਾਂਦੀ ਹੈ। ਔਰ ਇੱਕ ਤੋਂ ਬਾਅਦ ਦੂਸਰੀ ਤੋਂ ਬਾਅਦ ਤੀਸਰੀ ਤਰੀਕ ਜਿਹੜੀ ਆ ਪਈ ਜਾ ਰਹੀ ਆ ਔਰ ਫੈਸਲੇ ਸੁਣਦਿਆਂ ਉਹਨਾਂ ਦੇ ਸਰੀਰ ਜਿਹੜੇ ਆ ਨਾ ਉਹ ਸੁੱਕ ਜਾਂਦੇ ਆ। ਆਖੇ ਇਹਨਾਂ ਨੂੰ ਉਜੜੇ ਕਰੀ ਜਾ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਹੁਣ ਤੁਹਾਨੂੰ ਵੀ ਪਤਾ ਹੈ ਕਿ ਅੱਜ ਕੱਲ੍ਹ ਕੋਰਟ ਕਚਹਿਰੀ ਭੁਗਤਣਾ ਸੌਖਾ ਕੰਮ ਨਹੀਂ ਆ। ਲੋਕਾਂ ਦੇ ਘਰਾਂ ਦੇ ਘਰ ਉਜੜ ਜਾਂਦੇ ਨੇ ਕਿਉਂਕਿ ਜਿਹੜਾ ਹੈ ਅੰਨ੍ਹੇਵਾਹ ਪੈਸਾ ਡੁੱਲਦਾ ਹੈ ਇਹਨਾਂ ਚੀਜ਼ਾਂ ਦੇ ਉੱਪਰ। ਤਾਂ ਕਵੀ ਜਿਹੜਾ ਹੈ ਉਹ ਕੀ ਕਹਿੰਦਾ ਆ ਕਿ ਜਿਹੜੀ ਆ ਇਹਨਾਂ ਨੇ ਉਮਰ ਕੱਢ ਦਿੱਤੀ ਆਪਣੀ ਕੋਰਟ ਕਚਹਿਰੀਆਂ ਦੇ ਚੱਕਰ ਲਾਉਂਦੇ ਘਰ ਉਜੜ ਗਏ, ਇਹਨਾਂ ਦੇ ਕੁਝ ਨਹੀਂ ਬਾਕੀ ਬਚਿਆ। ਤਾਂ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਹੁਣ ਕਹੋ ਕਿ ਹੁਣ ਇਹ ਜਿਹੜੀ ਆ ਇਨਸਾਫ ਦੀ ਉਮੀਦ ਛੱਡ ਦੇਣ, ਆਪਣੇ ਹੱਕ ਦੇ ਵਿੱਚ ਜਿਹੜੀ ਆ ਇਨਸਾਫ ਆਉਣ ਦੀ ਜੋ ਵੀ ਇਹਨਾਂ ਦੀ ਹੈਗੀ ਹੈ ਨਾ ਉਮੀਦ, ਉਹਨੂੰ ਛੱਡ ਦੇਣ। ਤੇ ਜਿਹੜੇ ਇਹਨਾਂ ਦੇ ਘਰ ਉੱਜੜ ਚੁੱਕੇ ਆ, ਸਾਰਾ ਕੁਝ ਇਹਨਾਂ ਦਾ ਦਾਅ ਤੇ ਲੱਗ ਚੁੱਕਾ ਹੈ, ਉਹਨਾਂ ਘਰਾਂ ਨੂੰ ਹੁਣ ਇਹ ਵਾਪਸ ਪਰਤ ਜਾਣ। ਕਿਉਂਕਿ ਕਦੋਂ ਤੇ ਕਿੱਥੇ ਖੜੇ ਰਹਿਣਗੇ, ਇਹ ਕਿੰਨੀ ਦੇਰ ਹੋਰ ਜਿਹੜਾ ਆ ਉਹ ਅਦਾਲਤ ਦੇ ਬਾਹਰ ਆਪਣੇ ਜਿਹੜੀ ਆ ਇਨਸਾਫ ਦੀ ਉਮੀਦ ਦੇ ਵਿੱਚ ਖੜੇ ਰਹਿਣਗੇ। ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸਿਸਟਮ ਆ, ਨਇਆ ਪ੍ਰਬੰਧ ਹੈ, ਉਹਦੇ ਵਿੱਚ ਇੱਕ ਸਧਾਰਨ ਬੰਦੇ ਦੇ ਲਈ ਇਨਸਾਫ ਦੀ ਉਮੀਦ ਰੱਖਣਾ ਬਹੁਤ ਹੀ ਔਖਾ ਆ। ਇਨਸਾਫ ਤਾਂ ਮਿਲਦਾ ਹੀ ਨਹੀਂ ਆ, ਸਾਰੀ ਉਮਰ ਨਿਕਲ ਜਾਂਦੀ ਹੈ ਬੰਦੇ ਦੇ ਔਰ ਉਹਨੂੰ ਜਿਹੜਾ ਹੈ ਇਨਸਾਫ ਨਹੀਂ ਮਿਲਦਾ। ਇਸ ਕਰਕੇ ਅਖੀਰ ਤੇ ਜਿਹੜਾ ਹੈ ਕਹਿੰਦਾ ਕਿ ਜਿਹੜੇ ਘਰ ਇਹਨਾਂ ਨੇ ਉਜਾੜ ਲਿਆ, ਘਰ ਉੱਜੜ ਗਏ ਆ, ਸਰੀਰ ਇਹਨਾਂ ਦੇ ਸੁੱਕ ਗਏ ਆ ਔਰ ਬਿਲਕੁਲ ਰੁੱਖ ਵਰਗੀ ਇਹਨਾਂ ਦੀ ਜਿਹੜੀ ਹੈਗੀ ਆ ਐਨੂੰ ਹਾਲਤ ਹੋ ਗਈ ਆ। ਇਸ ਕਰਕੇ ਹੁਣ ਇਹਨਾਂ ਨੂੰ ਕਹੋ ਕਿ ਇਹਨਾਂ ਨੂੰ ਹੋਰ ਇੱਥੇ ਖੜੇ ਹੋਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਇਸ ਕਰਕੇ ਹੁਣ ਇਹ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ। ਯਾਰ ਮੇਰੇ ਜੋ ਇਸ ਆਸ ਤੇ ਮਰ ਗਏ,
ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ। ਹੁਣ ਕਵੀ ਜਿਹੜਾ ਆ ਉਹ ਕਹਿੰਦਾ ਕਿ ਜਿਹੜੇ ਉਹਦੇ ਦੋਸਤ ਸੀ, ਜਿਹੜੇ ਚੁੱਪਚਾਪ ਹਰ ਜ਼ੁਲਮ ਨੂੰ ਸਹਿਣ ਕਰਦੇ ਰਹੇ, ਜਿਨ੍ਹਾਂ ਨੇ ਕਦੇ ਵੀ ਭੈੜ ਦੇ ਖਿਲਾਫ ਕੋਈ ਜਿਹੜੀ ਸੀ ਆਵਾਜ਼ ਨਹੀਂ ਉਠਾਈ, ਉਹਨਾਂ ਦਾ ਇੱਕ ਮਾਤਰ ਉਮੀਦ ਸਿਰਫ ਕਵੀ ਸੀ। ਉਹਨਾਂ ਨੂੰ ਉਮੀਦ ਸੀ ਕਿ ਜੇਕਰ ਉਹ ਇਸ ਦੁਨੀਆ ਤੋਂ ਚੁੱਪਚਾਪ ਚਲੇ ਗਏ ਆ, ਉਹਨਾਂ ਨੇ ਆਪਣੇ ਹੱਕ ਵਿੱਚ ਕੋਈ ਆਵਾਜ਼ ਨਹੀਂ ਨਾ ਉਠਾਈ, ਤਾਂ ਉਹਨਾਂ ਦਾ ਜਿਹੜਾ ਕਵੀ ਦੋਸਤ ਹੈ ਨਾ, ਉਹ ਉਹਨਾਂ ਦੇ ਦੁੱਖਾਂ ਦਾ ਗੀਤ ਬਣਾਵੇਗਾ, ਇੱਕ ਅਜਿਹਾ ਗੀਤ ਲਿਖੇਗਾ ਜਿਹਦੇ ਵਿੱਚ ਉਹ ਆਪਣੇ ਦੋਸਤਾਂ ਦੁਆਰਾ ਕੱਟੇ ਸਾਰੇ ਦੁੱਖਾਂ ਦਾ ਬਿਆਨ ਕਰੇਗਾ ਕਿ ਕਿਸ ਤਰ੍ਹਾਂ ਜਿਹੜੀਆਂ ਫੋਕੀਆਂ ਪਰੰਪਰਾਵਾਂ ਨੇ, ਭੈੜ ਨੇ, ਉਹਨਾਂ ਨੂੰ ਜਿਹੜਾ ਹੈ ਆਪਣਾ ਸ਼ਿਕਾਰ ਬਣਾਇਆ ਆ। ਸੋ ਕਵੀ ਜਿਹੜਾ ਕਹਿੰਦਾ ਹੈ ਕਿ ਜਿਹੜੇ ਉਹਦੇ ਦੋਸਤ ਇਸ ਆਸ ਤੇ ਇਸ ਦੁਨੀਆ ਤੋਂ ਚਲੇ ਗਏ, ਮਤਲਬ ਮਰ ਗਿਆ, ਕਿ ਉਹਨਾਂ ਨੇ ਆਪਣੇ ਜਿਉਂਦੇ ਜੀ ਜਿੰਨੇ ਦੁੱਖ ਹੰਢਾਏ ਸੀ ਨਾ, ਉਹ ਸਾਰੇ ਦੁੱਖਾਂ ਨੂੰ ਆਪਣੇ ਗੀਤ ਦੇ ਰਾਹੀਂ ਬਿਆਨ ਕਰੇਗਾ। ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ। ਸੋ ਕਹਿੰਦੇ ਕਿ ਜੇਕਰ ਕਵੀ ਨੇ ਭੈੜ ਦੇ ਖਿਲਾਫ ਕੋਈ ਆਵਾਜ਼ ਨਾ ਉਠਾਈ, ਭਾਵ ਆਪਣੇ ਦੋਸਤਾਂ ਦੇ ਹੱਕ ਦੇ ਵਿੱਚ ਕੋਈ ਵੀ ਗੀਤ ਨਾ ਲਿਖਿਆ, ਕੋਈ ਆਵਾਜ਼ ਨਾ ਉਠਾਈ ਨਾ, ਤਾਂ ਉਹਦੇ ਦੋਸਤਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਉਹ ਹਮੇਸ਼ਾ ਹੀ ਜਿਹੜਾ ਹੈ ਉਹ ਰੂਹ ਬਣ ਕੇ ਭਟਕਦੇ ਰਹਿਣਗੇ। ਕਿਉਂ? ਕਿਉਂਕਿ ਆਮ ਕਰਕੇ ਕਹਿੰਦੇ ਆ ਨਾ ਕਿ ਜਦੋਂ ਤੱਕ ਸਾਡੀ ਜਿਹੜੀ ਆ ਇਸ ਦੁਨੀਆ ਤੋਂ ਆਰ ਵਿਹਾਰ ਖਤਮ ਨਹੀਂ ਹੁੰਦਾ, ਉਦੋਂ ਤੱਕ ਸਾਨੂੰ ਮੁਕਤੀ ਨਹੀਂ ਮਿਲਦੀ। ਇਸ ਕਰਕੇ ਜਿਹੜਾ ਕਵੀ ਆ ਉਹ ਕਹਿੰਦਾ ਆ ਕਿ ਜੇਕਰ ਉਹਨੇ ਕੁਛ ਨਾ ਕਿਹਾ, ਆਪਣੇ ਦੋਸਤਾਂ ਦੇ ਹੱਕ ਵਿੱਚ ਕੋਈ ਆਵਾਜ਼ ਨਾ ਉਠਾਈ, ਕੋਈ ਗੀਤ ਨਾ ਲਿਖਿਆ, ਤਾਂ ਉਹਦੇ ਦੋਸਤਾਂ ਦੀ ਆਤਮਾ ਜਿਹੜੀ ਹੈ ਉਹ ਰੂਹ ਬਣ ਕੇ ਭਟਕੇਗੀ, ਉਹਨਾਂ ਨੂੰ ਸ਼ਾਂਤੀ ਜਾਂ ਮੁਕਤੀ ਨਹੀਂ ਮਿਲੇਗੀ। ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ। ਹੁਣ ਅੱਜ ਕੱਲ੍ਹ ਦਾ ਜਿਹੜਾ ਹੈ, ਕਵੀ ਨੇ ਦੱਸਿਆ ਆ ਕਿ ਅੱਜ ਕੱਲ੍ਹ ਜਿਹੜੇ ਹੈ ਨਾ, ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਵੀਰਾਂ ਨੂੰ ਆਪਣੇ ਰੁਜ਼ਗਾਰ ਦੇ ਲਈ ਵਿਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਆ, ਔਰ ਆਪਣਾ ਜਿਹੜਾ ਹੈ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਪੈਂਦਾ ਆ। ਔਰ ਇਸ ਕਰਕੇ ਜਿਹੜਾ ਆ ਵਿਚਾਰੇ ਕਈ ਸਾਲ ਵਿਦੇਸ਼ਾਂ ਦੇ ਵਿੱਚ ਧੱਕੇ ਖਾਂਦੇ ਆ, ਸਿਰਫ ਕਿਸ ਕਰਕੇ? ਤਾਂ ਕਿ ਉਹ ਆਪਣੇ ਪਰਿਵਾਰ ਨੂੰ ਇੱਕ ਚੰਗਾ ਜੀਵਨ ਦੇ ਸਕਣ, ਉਹਨਾਂ ਨੂੰ ਇੱਕ ਚੰਗਾ ਭਵਿੱਖ ਦੇ ਸਕਣ। ਇਸ ਉਮੀਦ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਧੱਕੇ ਖਾਂਦੇ ਫਿਰਦੇ ਆ, ਆਪਣੇ ਘਰ-ਬਾਰ ਨੂੰ ਤਿਆਗ ਕੇ, ਛੱਡ ਕੇ, ਔਰ ਇਸ ਉਮੀਦ ਤੇ ਜਾਂਦੇ ਆ ਕਿ ਜਦੋਂ ਕਿਤੇ ਉਹ ਵਾਪਸ ਆਪਣੇ ਦੇਸ਼ ਪਰਤਣਗੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ, ਤਾਂ ਉਹ ਜਿਹੜੇ ਆ 2 ਪਲ ਸੁੱਖ ਦੇ ਬਿਤਾਉਣਗੇ। ਪਰ ਅਜਿਹਾ ਕੁਝ ਹੁੰਦਾ ਨਹੀਂ, ਅਜਿਹਾ ਕੁਝ ਵੀ ਨਹੀਂ ਹੁੰਦਾ। ਕਿਉਂ? ਕਿਉਂਕਿ ਜਿਹੜੇ ਲੋਕ ਰੋਜ਼ੀ ਰੋਟੀ ਕਮਾਉਣ ਦੇ ਲਈ, ਜਾਂ ਕਹਿ ਲਓ ਕਿ ਆਪਣੇ ਪਰਿਵਾਰ ਨੂੰ ਚੰਗਾ ਭਵਿੱਖ ਦੇਣ ਦੇ ਲਈ ਵਿਦੇਸ਼ਾਂ ਦੇ ਵਿੱਚ ਰੁਲਦੇ ਨੇ, ਮਤਲਬ ਧੱਕੇ ਖਾਂਦੇ ਨੇ, ਡਾਲਰ ਪਾਉਂਡ ਕਮਾਉਣ ਦੇ ਲਈ ਕਈ ਸਾਲ ਲਗਾਉਂਦੇ ਨੇ ਨਾ, ਔਰ ਜਦੋਂ ਉਹ 4 ਪੈਸੇ ਇਕੱਠੇ ਕਰਦੇ ਆ ਇਸ ਉਮੀਦ ਤੇ ਕਿ ਹੁਣ ਉਹਨਾਂ ਨੇ ਘਰ ਜਾਣਾ ਆ, ਤੇ ਘਰ ਪਰਤਣ ਤੇ ਉਹ ਕੀ ਵੇਖਦੇ ਆ? ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਜਦੋਂ ਕਦੀ ਉਹਨਾਂ ਨੂੰ ਆਪਣੇ ਦੇਸ਼ ਵਾਪਸ ਆਉਣ ਦਾ ਮੌਕਾ ਮਿਲੇਗਾ, ਜਾਂ ਇਹ ਕਹਿ ਲਓ ਕਿ ਆਪਣੇ ਆਰ ਪਰਿਵਾਰ ਨੂੰ ਦੇਖਣ ਦਾ ਮੌਕਾ ਮਿਲੇਗਾ, ਤਾਂ ਉਹ ਕੀ ਦੇਖਣਗੇ? ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ। ਕੀ ਦੇਖਣਗੇ? ਕਿ ਜਿਸ ਮਾਂ ਨੂੰ ਚੰਗਾ ਭਵਿੱਖ ਦੇਣ ਦੇ ਲਈ ਉਹਨਾਂ ਨੇ ਘਰ ਛੱਡਿਆ ਸੀ, ਵਿਦੇਸ਼ ਗਏ ਸੀ, ਉਹਨਾਂ ਦੇ ਆਉਣ ਤੱਕ ਉਹ ਮਾਂ ਤਾਂ ਰਹੀ ਨਹੀਂ, ਉਹ ਤਾਂ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਆ। ਕਿਉਂ? ਕਿਉਂਕਿ ਜਦੋਂ ਉਹ ਦੇਸ਼ ਪਰਤਣਗੇ ਨਾ, ਤਾਂ ਉਹਨਾਂ ਨੂੰ ਆਪਣੀ ਮਾਂ ਦਾ ਸਿਵਾ ਜਲਦਾ ਹੋਇਆ ਨਜ਼ਰ ਆਵੇਗਾ। ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ, ਔਰ ਬਾਕੀ ਜਿਹੜੇ ਰਿਸ਼ਤੇ ਉਹ ਗਵਾ ਚੁੱਕੇ ਆ ਇੰਨੇ ਸਾਲਾਂ ਤੋਂ, ਜਿੰਨੇ ਸਾਲ ਉਹ ਬਾਹਰ ਰਹੇ ਆ, ਜਿੰਨੇ ਰਿਸ਼ਤੇ ਉਹ ਗਵਾ ਚੁੱਕੇ, ਭਾਵ ਕਈ ਜਿਹੜੇ ਆ ਉਹ ਉਹਨਾਂ ਨੂੰ ਇਸ ਦੁਨੀਆ ਤੋਂ ਛੱਡ ਕੇ ਜਾ ਚੁੱਕੇ ਹੋਣਗੇ, ਉਹ ਕੀ ਕਰਨਗੇ ਵਿਚਾਰੇ? ਉਹਨਾਂ ਸਾਰਿਆਂ ਨੂੰ ਯਾਦ ਕਰ ਕਰਕੇ ਜਿਹੜੇ ਕਬਰਾਂ ਦੇ ਉੱਪਰ ਲੱਗੇ ਹੋਏ ਰੁੱਖ ਹੈ ਨਾ, ਉਹਨਾਂ ਦੇ ਹੇਠ ਬੈਠ ਕੇ ਆਪਣੇ ਪੁਰਾਣੇ ਸਾਰੇ ਰਿਸ਼ਤਿਆਂ ਨੂੰ ਯਾਦ ਕਰਨਗੇ ਤੇ ਜਾ ਕੇ ਰੋਣਗੇ ਕਿ ਰੋਜ਼ੀ ਰੋਟੀ ਦੇ ਲਈ ਵਿਦੇਸ਼ ਗਏ ਸੀ, ਆਪਣੇ ਪਰਿਵਾਰ ਨੂੰ ਚੰਗਾ ਭਵਿੱਖ ਦੇਣ ਦੇ ਲਈ ਉਹ ਵਿਦੇਸ਼ ਗਏ ਸੀ, ਪਰ ਉਹ ਪਰਿਵਾਰ ਤਾਂ ਰਿਹਾ ਹੀ ਨਹੀਂ, ਉਹਦੇ ਵਿੱਚੋਂ ਕਈ ਰਿਸ਼ਤੇ ਤਾਂ ਇਸ ਦੁਨੀਆ ਨੂੰ ਛੱਡ ਕੇ ਚਲੇ ਹੀ ਗਏ ਆ, ਬਚੇ ਹੀ ਨਹੀਂ ਹੈ। ਤਾਂ ਫਿਰ ਜਿਹੜਾ ਹੈ ਇਹ ਇੱਕ ਬਹੁਤ ਵੱਡਾ ਦੁੱਖ ਆ ਕਿ ਪੈਸਾ ਤਾਂ ਆ ਗਿਆ, ਪਰ ਰਿਸ਼ਤੇ ਜਿਹੜੇ ਸੀ ਉਹ ਬਾਕੀ ਨਹੀਂ ਬਚੇ।
ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ? ਹੁਣ ਅੱਜ ਕੱਲ੍ਹ ਤੁਹਾਨੂੰ ਤਾਂ ਪਤਾ ਹੀ ਹੈ ਕਿ ਪੋਲੀਟਿਕਸ ਕਿੱਦਾਂ ਦੀ ਆ ਗਈ ਆ, ਕਿੱਦਾਂ ਦੇ ਸਾਡੇ ਜਿਹੜੇ ਆ ਰਾਜਨੀਤਿਕ ਨੇਤਾ ਆ, ਸਿਆਸੀ ਲੀਡਰ ਕਿੱਦਾਂ ਦੇ ਆ, ਸਿਰਫ ਔਰ ਸਿਰਫ ਆਪਣਾ ਸਵਾਰਥ ਸਾਧਦੇ ਆ, ਕਿਸੇ ਨਾਲ ਉਹਨਾਂ ਨੂੰ ਮਤਲਬ ਨਹੀਂ। ਕੁਰਸੀ ਹੱਥ ਆਈ ਨਹੀਂ ਤਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ, ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਸਿਰਫ ਆਪਣਾ ਫਾਇਦਾ ਸੋਚਦੇ ਆ। ਸੋ ਇੱਥੇ ਕਵੀ ਕੀ ਕਹਿੰਦਾ ਆ ਕਿ ਆਮ ਕਰਕੇ ਅਸੀਂ ਜਿਹੜਾ ਹੈ ਨਾ ਆਪਣੀ ਦੇਸ਼ ਦੀ ਜਿਹੜੀ ਪੋਲੀਟਿਕਸ ਆ, ਰਾਜਨੀਤੀ ਆ, ਜਾਂ ਜੋ ਵੀ ਸਰਕਾਰ ਹੈ ਨਾ, ਉਹ ਤੋਂ ਇਨਸਾਫ ਦੀ ਉਮੀਦ ਲਗਾਉਂਦੇ ਆ, ਇਹ ਸੋਚਦੇ ਆ ਕਿ ਸਾਨੂੰ ਇਨਸਾਫ ਮਿਲੇਗਾ। ਪਰ ਕੀ ਇਹ ਸਹੀ ਆ? ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ? ਹਉਮੈ ਕਹਿੰਦਾ ਹੰਕਾਰ ਦੇ ਨਾਲ ਭਰੇ ਹੋਏ। ਸੋ ਕਵੀ ਕਹਿੰਦਾ ਆ ਕਿ ਜਿਹੜੇ ਸਾਡੇ ਸਿਆਸੀ ਲੀਡਰ ਆ, ਜਿਹੜੇ ਸਾਡੇ ਕਹਿ ਲਓ ਕੁਰਸੀਆਂ ਸਾਂਭ ਕੇ ਬੈਠੇ ਹੋਏ ਲੀਡਰ ਮੰਤਰੀ ਆ ਨਾ, ਜਿਹੜੇ ਕਿ ਹੰਕਾਰ ਦੇ ਨਾਲ ਭਰੇ ਹੋਏ ਆ, ਜਿਹੜਾ ਸਿਰਫ ਆਪਣਾ ਸਵਾਰਥ ਸੋਚਦੇ ਆ, ਆਪਣੇ ਬਾਰੇ ਸੋਚਦੇ ਆ, ਕਿ ਇਹ ਖਾਮੋਸ਼ ਹੁੰਦਾ, ਬਿਲਕੁਲ ਚੁੱਪ। ਪੱਥਰ ਕਹਿੰਦੇ, ਪੱਥਰ ਦੇ ਬੁੱਤ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਮਾਨਵਤਾ ਖਤਮ ਹੋ ਜਾਵੇ, ਜਿਨ੍ਹਾਂ ਵਿੱਚ ਕੋਈ ਮਨੁੱਖੀ ਭਾਵਨਾ ਨਾ ਹੋਵੇ, ਜੋ ਬਿਲਕੁਲ ਇਨਸਾਨੀਅਤ ਬਾਰੇ ਸੋਚਣ ਹੀ ਨਾ। ਸੋ ਕਵੀ ਕਹਿੰਦਾ ਆ ਕਿ ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਆ, ਜਾਂ ਜਿਨ੍ਹਾਂ ਦੇ ਵਿੱਚ ਮਨੁੱਖੀ ਭਾਵਨਾਵਾਂ ਬਿਲਕੁਲ ਖਤਮ ਹੋ ਚੁੱਕੀਆਂ ਆ, ਮਾਨਵਤਾ ਬਿਲਕੁਲ ਖਤਮ ਹੋ ਚੁੱਕੀ ਹੈ ਨਾ, ਉਹਨਾਂ ਦੇ ਕੋਲੋਂ ਅਸੀਂ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਕੋਲੋਂ ਇਨਸਾਫ ਦੀ ਉਮੀਦ ਕਰਨਾ ਤਾਂ ਬੇਵਕੂਫੀ ਆ। ਉਹ ਲੋਕ ਤਾਂ ਸਿਰਫ ਆਪਣੇ ਬਾਰੇ ਹੀ ਸੋਚਦੇ ਆ, ਉਹਨਾਂ ਦੇ ਵਿੱਚ ਤਾਂ ਮਾਨਵਤਾ ਖਤਮ ਹੀ ਹੋ ਚੁੱਕੀ ਆ। ਉਹਨਾਂ ਕੋਲੋਂ ਕਿਸੇ ਤਰ੍ਹਾਂ ਵੀ ਅਸੀਂ ਇਨਸਾਫ ਦੀ ਮੰਗ ਜਾਂ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ। ਜੋ ਸਲੀਬਾਂ ਹੁੰਦਾ ਸੂਲੀਆਂ ਤੇ ਟੰਗੇ ਨੇ, ਲੱਥਣੇ ਨੇ, ਪਰ ਕਹਿੰਦੇ ਕਿ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਸੀ, ਸਾਡੇ ਲਈ ਇਨਸਾਫ ਲਿਆਉਣ ਦੇ ਲਈ ਜਿਹੜਾ ਹੈ ਆਪਣੀ ਸਿਰ ਧੜ ਦੀ ਬਾਜ਼ੀ ਲਗਾਈ ਸੀ, ਭਾਵ ਜੋ ਸੱਚ ਦਾ ਸਾਥ ਦਿੰਦੇ ਦਿੰਦੇ ਅਖੀਰ ਸੂਲੀਆਂ ਤੇ ਲਟਕ ਗਏ ਆ ਨਾ, ਉਹਨਾਂ ਨੇ ਵਾਪਸ ਨਹੀਂ ਆਣਾ। ਉਹਨਾਂ ਨੇ ਹੁਣ ਉਤਰ ਕੇ ਵਾਪਸ ਤਾਂ ਆਣਾ ਹੀ ਨਹੀਂ, ਲੱਥਣਾ ਨਹੀਂ ਆ। ਰਾਜ ਬਦਲਦੇ ਰਹਿਣਗੇ, ਸੂਰਜ ਚੜਨਗੇ ਲੈਣਗੇ। ਬੇਸ਼ੱਕ ਕਹਿੰਦਾ ਹੈ ਕਿ ਸਰਕਾਰਾਂ ਬਦਲਦੀਆਂ ਰਹਿਣਗੀਆਂ, ਰਾਜ ਬਦਲਦੇ ਰਹਿਣਗੇ, ਭਾਵ ਸਰਕਾਰਾਂ ਬਦਲਦੀਆਂ ਰਹਿਣਗੀਆਂ। ਇਸੇ ਤਰ੍ਹਾਂ ਦਿਨ ਜਿਹੜਾ ਹੈ ਉਹ ਵੀ ਬਦਲਦੇ ਰਹਿਣਗੇ, ਭਾਵ ਸਮਾਂ ਬਦਲਦਾ ਰਹੇਗਾ। ਬੇਸ਼ੱਕ ਸਾਡੀ ਸਿਆਸਤ ਇਸੇ ਤਰ੍ਹਾਂ ਦੀ ਹੀ ਰਹੇਗੀ, ਪਰ ਜੇਕਰ ਅਸੀਂ ਇਨਸਾਫ ਚਾਹੁੰਦੇ ਹਾਂ, ਜੇਕਰ ਸਾਨੂੰ ਸੱਚ ਦਾ ਸਾਥ ਦੇਣਾ ਹੈ ਨਾ, ਤਾਂ ਸਾਨੂੰ ਖੁਦ ਜਿਹੜਾ ਹੈ ਉਹ ਅੱਗੇ ਕਦਮ ਪੱਟਣੇ ਪੈਣਗੇ। ਕਿਉਂਕਿ ਜਦੋਂ ਤੱਕ ਖੁਦ ਅਸੀਂ ਭੈੜ ਦੇ ਵਿਰੁੱਧ ਨਹੀਂ ਖੜਾਂਗੇ, ਚੁੱਪਚਾਪ ਹਰ ਬੁਰਾਈ ਨੂੰ ਬਰਦਾਸ਼ਤ ਕਰਾਂਗੇ ਨਾ, ਉਦੋਂ ਤੱਕ ਜਿਹੜਾ ਹੈ ਉਹ ਸਰਕਾਰਾਂ ਤਾਂ ਬਦਲਣਗੀਆਂ, ਰਾਜ ਤਾਂ ਬਦਲਣਗੇ, ਸਮਾਂ ਤਾਂ ਬਦਲੇਗਾ, ਪਰ ਬੁਰਾਈ ਖਤਮ ਨਹੀਂ ਹੋਏਗੀ। ਇਸ ਕਰਕੇ ਜੇਕਰ ਅਸੀਂ ਇਨਸਾਫ ਚਾਹੁੰਦੇ ਹਾਂ, ਬੁਰਾਈ ਨੂੰ ਖਤਮ ਕਰਨਾ ਚਾਹੁੰਦੇ ਹਾਂ ਨਾ, ਤਾਂ ਖੁਦ ਸਾਨੂੰ ਅੱਗੇ ਕਦਮ ਪੱਟਣੇ ਪੈਣਗੇ ਤੇ ਭੈੜ ਦੇ ਵਿਰੁੱਧ ਖੜਨਾ ਪਏਗਾ। ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ। ਅੱਜ ਕੱਲ੍ਹ ਹੁੰਦਾ ਕੀ ਹੈ ਕਿ ਜਿਹੜੇ ਸਾਡੇ ਸਿਆਸੀ ਲੀਡਰ ਆ, ਉਹ ਆਪਣੇ ਨਾਮ ਦੀ ਪ੍ਰਸਿੱਧੀ ਦੇ ਵਿੱਚ ਬੜਾ ਵਿਸ਼ਵਾਸ ਕਰਦੇ ਆ। ਇਸ ਕਰਕੇ ਉਹ ਕੀ ਕਰਦੇ ਆ, ਰੰਗ ਬਿਰੰਗੇ ਜਿਹੜੇ ਨਾ ਆਪਣੇ ਨਾਮ ਦੇ ਜਿਹੜੇ ਪਰਚੇ ਹੈ ਨਾ, ਉਹ ਵੰਡਦੇ ਆ ਲੋਕਾਂ ਦੇ ਵਿੱਚ, ਆਪਣੇ ਨਾਮ ਦੀ ਮਸ਼ਹੂਰੀ ਕਰਦੇ ਆ। ਪਰ ਕਵੀ ਕੀ ਕਹਿੰਦਾ ਆ ਕਿ ਇਹ ਜਿਹੜੇ ਰੰਗ ਬਿਰੰਗੇ ਨਾਮ ਦੇ ਹੈਗੇ ਆ ਨਾ ਪਰਚੇ ਜਿਹੜੇ ਆ, ਉਹ ਅਖੀਰ ਦੇ ਵਿੱਚ ਖੁਰ ਜਾਣੇ ਆ, ਖਤਮ ਹੀ ਹੋ ਜਾਣੇ ਆ। ਆਪਣੇ ਨਾਮ ਨੂੰ ਹਰਮਨ ਪਿਆਰਾ ਬਣਾਉਣ ਦੇ ਲਈ ਜਿਹੜੇ ਇਹ ਲੀਡਰ ਆਪਣੀਆਂ ਕਰਤੂਤਾਂ ਘੋਟਦੇ ਆ ਨਾ, ਜੋ ਵੀ ਇਹ ਕਰਦੇ ਆ ਆਪਣੇ ਨਾਮ ਨੂੰ ਅੱਗੇ ਲੋਕਾਂ ਦੇ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ, ਅਖੀਰ ਇਹ ਜਿਹੜੇ ਉਹਨਾਂ ਦੁਆਰਾ ਵੰਡੇ ਗਏ ਲੋਕਾਂ ਦੇ ਵਿੱਚ ਜਿਹੜੇ ਚਿੱਤਰ ਆ ਨਾ, ਉਹ ਖਤਮ ਹੋ ਜਾਣੇ ਆ, ਉਹ ਹਮੇਸ਼ਾ ਰਹਿਣੇ ਨਹੀਂ ਹੈ। ਇਹ ਜੋ ਮਰਮਰ ਹੁੰਦਾ, ਸੰਗਮਰਮਰ ਪੱਥਰ ਦੇ ਵਿੱਚ ਉਕਰੇ ਨੇ, ਮਿਟ ਜਾਣਗੇ। ਔਰ ਜਿਨ੍ਹਾਂ ਨੇ ਪੱਥਰ ਦੇ ਵਿੱਚ ਆਪਣੇ ਨਾਮ ਉਕਰਵਾ ਲਏ ਆ ਨਾ, ਉਹ ਵੀ ਅਖੀਰ ਖਤਮ ਹੀ ਹੋ ਜਾਣੇ ਆ। ਜਦੋਂ ਤੱਕ ਕਹਿੰਦੇ ਨਾ ਕੁਰਸੀ ਹੱਥ ਹੁੰਦੀ ਆ, ਉਦੋਂ ਤੱਕ ਬੰਦੇ ਦਾ ਨਾਮ ਹੁੰਦਾ ਹੈ, ਪਰ ਜਦੋਂ ਹੱਥੋਂ ਪਾਵਰ ਨਿਕਲ ਜਾਂਦੀ ਹੈ ਤਾਂ ਫਿਰ ਉਹ ਵੀ ਚੀਜ਼ ਜਿਹੜੀ ਆ, ਉਹ ਨਾਮ ਵੀ ਖਤਮ ਹੋ ਜਾਂਦਾ ਆ। ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ ਕਹਿੰਦੇ ਅੱਖਰ, ਉਹੀ ਹਮੇਸ਼ਾ ਲਿਖੇ ਰਹਿਣਗੇ। ਪਰ ਕਹਿੰਦੇ ਕਿ ਜਿਹੜੇ ਲੋਕਾਂ ਨੇ ਸੱਚ ਦਾ ਸਾਥ ਦੇਣ ਦੇ ਲਈ, ਜਾਂ ਇਹ ਕਹਿ ਲਓ ਕਿ ਬੁਰਾਈ ਨੂੰ ਖਤਮ ਕਰਨ ਦੇ ਲਈ ਆਪਣੇ ਹੱਥ ਦੇ ਵਿੱਚ ਮਸ਼ਾਲਾਂ ਫੜ ਕੇ ਜਿਹੜੇ ਆਪਣੇ
ਹਰਫ ਬੋਲੇ ਆ ਜਾਂ ਜਿਹੜੇ ਨਾਰੇ ਬੁਲੰਦ ਕੀਤੇ ਆ ਨਾ, ਉਹ ਹਮੇਸ਼ਾ ਹੀ ਲਿਖੇ ਰਹਿਣਗੇ, ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਤੁਸੀਂ ਬੇਸ਼ੱਕ ਕਹਿ ਲਓ ਕਿ ਆਪਣੇ ਨਾਮ ਦੀ ਪ੍ਰਸਿੱਧੀ ਖੱਟਣ ਦੇ ਲਈ ਜਿੰਨਾ ਮਰਜ਼ੀ ਲੋਕਾਂ ਦੇ ਘਰ ਘਰ ਜਾ ਕੇ ਆਪਣਾ ਨਾਮ ਵੰਡੀ ਜਾਓ, ਪਰ ਜਿੱਦਾਂ ਹੀ ਤੁਸੀਂ ਕੁਰਸੀ ਤੋਂ ਲੱਥੇ ਨਹੀਂ ਤੇ ਲੋਕਾਂ ਦੇ ਵਿੱਚ ਤੁਹਾਡਾ ਨਾਮ ਖਤਮ ਹੋਇਆ ਨਹੀਂ। ਪਰ ਜਿਨ੍ਹਾਂ ਲੋਕਾਂ ਨੇ ਹੱਥ ਦੇ ਵਿੱਚ ਮਸ਼ਾਲਾਂ ਫੜ ਕੇ ਖੁੱਲੇ ਆਮ ਪਬਲਿਕ ਦੇ ਵਿੱਚ, ਲੋਕਾਂ ਦੇ ਵਿੱਚ ਆ ਕੇ ਆਪਣੇ ਨਾਰੇ ਲਗਾਏ ਆ, ਸੱਚ ਦਾ ਸਾਥ ਦਿੱਤਾ ਹੈ ਨਾ, ਉਹ ਅੱਜ ਤੱਕ ਵੀ ਲੋਕਾਂ ਦੇ ਦਿਲਾਂ ਦੀ ਧੜਕਣ ਨੇ। ਹੁਣ ਅੱਜ ਤੱਕ ਵੀ ਜੇ ਅਸੀਂ ਐਗਜ਼ਾਮਪਲ ਦੇਖੀਏ ਤਾਂ ਭਗਤ ਸਿੰਘ ਨੇ ਜਿਹੜੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਗਾਇਆ ਸੀ, ਉਹ ਅੱਜ ਤੱਕ ਵੀ ਲੋਕਾਂ ਦੇ ਦਿਲਾਂ 'ਚ ਧੜਕਦਾ ਆ। ਇਸ ਕਰਕੇ ਕਹਿੰਦੇ ਕਿ ਜਿਹੜੇ ਲੋਕਾਂ ਨੇ ਆਪਣੇ ਹੱਥ 'ਚ ਮਸ਼ਾਲਾਂ ਫੜ ਕੇ, ਹੱਥ ਉੱਪਰ ਕਰਕੇ ਜਿਹੜੇ ਕਹਿ ਲਓ ਸ਼ਬਦ ਬੋਲੇ ਆ ਨਾ, ਉਹ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਯਾਦ ਰਹਿੰਦੇ ਆ, ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ। ਦੀਵਾ ਜਗਣਾ ਹੁੰਦਾ ਕਬਰ ਤੇ ਕਿ ਕਿਸੇ ਦੇ ਜਿਹੜੇ ਬੋਲ ਆ, ਭਾਵ ਜੇ ਕਿਸੇ ਨੇ ਕੁਛ ਕਿਹਾ ਆ ਤਾਂ ਉਹਦੇ ਅੱਖਰਾਂ ਨੂੰ ਮਾਨਤਾ ਮਿਲਣੀ ਕਿ ਭਾਵ ਉਹਨੂੰ ਕੋਈ ਸਵੀਕਾਰੇਗਾ, ਉਹਨੂੰ ਕੋਈ ਮੰਨੇਗਾ। ਹੁਣ ਕਵੀ ਕਹਿੰਦਾ ਆ ਕਿ ਉਹਦਾ ਸ਼ਾਇਦ ਕਹਿੰਦਾ ਕਿ ਇਹ ਵਹਿਮ ਹੀ ਆ, ਸ਼ਾਇਦ ਉਹਨੂੰ ਲੱਗਦਾ ਹੀ ਆ ਕਿ ਜੇਕਰ ਉਹ ਆਪਣੇ ਦੋਸਤਾਂ ਦੀ ਯਾਦ ਦੇ ਵਿੱਚ ਕੋਈ ਗੀਤ ਲਿਖਦਾ ਆ, ਭਾਵ ਜੋ ਵੀ ਉਹਨਾਂ ਨੇ ਦੁੱਖ ਸਹੇ ਆ, ਭੈੜ ਦਾ ਉਹਨਾਂ ਨੇ ਸਾਹਮਣਾ ਕੀਤਾ ਹੈ ਨਾ, ਜੇਕਰ ਉਹ ਕੋਈ ਗੀਤ ਲਿਖਦਾ ਵੀ ਆ ਤਾਂ ਉਹਦੇ ਗੀਤ ਨੂੰ ਕੋਈ ਮੰਨੇਗਾ, ਭਾਵ ਉਹਦੀ ਕਬਰ ਤੇ ਕੋਈ ਦੀਵਾ ਜਗੇਗਾ, ਭਾਵ ਉਹਦੇ ਸ਼ਬਦਾਂ ਨੂੰ, ਉਹਦੇ ਬੋਲਾਂ ਨੂੰ, ਉਹਦੇ ਗੀਤਾਂ ਨੂੰ ਕੋਈ ਮਾਨਤਾ ਮਿਲੇਗੀ, ਉਹਨਾਂ ਨੂੰ ਕੋਈ ਸਵੀਕਾਰ ਕਰੇਗਾ। ਜੇ ਹਵਾ ਇਹੀ ਰਹੀ ਕਬਰਾਂ ਉੱਤੇ, ਹਵਾ ਹੁੰਦੀ ਆ ਕਿ ਜੇਕਰ ਇਸੇ ਤਰ੍ਹਾਂ ਦਾ ਜੋ ਅੱਜ ਕੱਲ੍ਹ ਦਾ ਮਾਹੌਲ ਹੈ ਇਸੇ ਤਰ੍ਹਾਂ ਦਾ ਹੀ ਰਿਹਾ, ਤਾਂ ਕਵੀ ਜਿਹੜਾ ਹੈ ਉਹ ਕੀ ਕਹਿੰਦਾ ਆ ਕਿ ਉਹਨੂੰ ਸ਼ੱਕ ਆ ਕਿ ਜੇਕਰ ਇਸੇ ਤਰ੍ਹਾਂ ਦਾ ਮਾਹੌਲ ਰਿਹਾ ਤਾਂ ਲੋਕਾਂ ਨੇ ਕਬਰ ਦੇ ਉੱਪਰ ਜਾ ਕੇ ਤਾਂ ਕੀ ਦੀਵਾ ਜਗਾਉਣਾ ਆ, ਸਭ ਘਰਾਂ 'ਚ ਦੀਵੇ ਬੁਝੇ ਰਹਿਣਗੇ, ਸਭ ਘਰਾਂ ਦੇ ਵਿੱਚ ਵੀ ਜਿਹੜੀ ਦੀਵੇ ਬੁਝੇ ਰਹਿਣਗੇ, ਭਾਵ ਕਿ ਜੇਕਰ ਮਾਹੌਲ ਇਸੇ ਤਰ੍ਹਾਂ ਦਾ ਰਿਹਾ, ਕਿਸ ਤਰ੍ਹਾਂ ਦਾ, ਜਬਰ ਜ਼ੁਲਮ ਵਾਲਾ, ਭੈੜ ਵਾਲਾ, ਅਗਿਆਨਤਾ ਵਾਲਾ, ਬੁਰਾਈ ਵਾਲਾ, ਇਸੇ ਤਰ੍ਹਾਂ ਦਾ ਮਾਹੌਲ ਸਮਾਜ ਦੇ ਵਿੱਚ ਰਿਹਾ ਨਾ, ਤਾਂ ਫਿਰ ਕਵੀ ਕੀ ਕਹਿੰਦਾ ਆ ਕਿ ਜਿਹੜਾ ਹੈ ਕਿਸੇ ਪਾਸੋਂ ਵੀ ਕੋਈ ਵੀ ਜਿਹੜੀ ਹੈ ਆਸ ਬਾਕੀ ਨਹੀਂ ਰਹੇਗੀ। ਕਿ ਜਿਹੜੇ ਉਹਦੇ ਦੋਸਤਾਂ ਨੇ ਉਹਦੇ ਤੱਕ ਆਸ ਲਾਈ ਸੀ, ਉਮੀਦ ਲਗਾਈ ਸੀ ਕਿ ਉਹਦਾ ਜਿਹੜਾ ਦੋਸਤ ਆ ਉਹਦੇ ਹੱਕ ਦੇ ਵਿੱਚ ਗੀਤ ਲਿਖੇਗਾ, ਕੁਝ ਬੋਲੇਗਾ, ਪਰ ਜੇਕਰ ਇਸੇ ਤਰ੍ਹਾਂ ਦਾ ਮਾਹੌਲ ਰਿਹਾ, ਇਸੇ ਤਰ੍ਹਾਂ ਹੀ ਜਿਹੜਾ ਹੈ ਜਬਰ ਜ਼ੁਲਮ ਸਮਾਜ ਦੇ ਵਿੱਚ ਚੱਲਦਾ ਰਿਹਾ ਨਾ, ਤਾਂ ਕਬਰਾਂ ਦੇ ਉੱਪਰ ਤਾਂ ਕਿਸੇ ਨੇ ਜਾ ਕੇ ਕੀ ਮਰਿਆਂ ਨੂੰ ਯਾਦ ਕਰਨਾ ਆ। ਜਿਹੜੇ ਲੋਕੀ ਘਰਾਂ ਦੇ ਵਿੱਚ ਬੈਠੇ ਆ ਨਾ, ਉਹਨਾਂ ਦਾ ਵੀ ਜਿਹੜੀ ਆ ਦੀਵੇ ਬੁੱਝ ਜਾਣਗੇ, ਭਾਵ ਉਹਨਾਂ ਦੇ ਦਿਲਾਂ ਵਿੱਚ ਜਿਹੜੀ ਆਖਰੀ ਉਮੀਦ, ਆਖਰੀ ਆਸ ਬਚੀ ਹੈ ਨਾ, ਉਹ ਵੀ ਖਤਮ ਹੋ ਜਾਏਗੀ, ਭਾਵ ਉਹਨਾਂ ਨੂੰ ਸਾਰੀ ਉਮੀਦ ਮੁੱਕ ਜਾਣੀ ਹੈ ਕਿ ਕਦੀ ਜਿਹੜਾ ਹੈ ਉਹਨਾਂ ਨੂੰ ਕੋਈ ਜਿਹੜੀ ਹੈ ਸੱਚਾਈ ਦਾ ਸਾਥ ਦੇਣ ਵਾਲਾ ਮਿਲੇਗਾ, ਕਦੀ ਇਨਸਾਫ ਮਿਲੇਗਾ। ਸੋ ਸੁਰਜੀਤ ਪਾਤਰ ਦੀ ਇਹ ਸਾਰੀ ਕਵਿਤਾ ਜਿਹੜੀ ਹੈ ਉਹ ਅੱਜ ਕੱਲ੍ਹ ਦੇ ਪ੍ਰਬੰਧ ਦੇ ਉੱਪਰ, ਸਿਸਟਮ ਦੇ ਉੱਪਰ ਇੱਕ ਬਹੁਤ ਵੱਡੀ ਜਿਹੜੀ ਆ ਟਕੋਰ ਆ, ਔਰ ਉਹਨੇ ਜਿਹੜਾ ਹੈ ਖੁੱਲ੍ਹੇ ਆਮ ਇਸ ਚੀਜ਼ ਨੂੰ ਬਿਆਨ ਕੀਤਾ ਆ ਕਿ ਅੱਜ ਕੱਲ੍ਹ ਜਿਹੜਾ ਸਾਡਾ ਸਿਆਸੀ ਪ੍ਰਬੰਧ ਆ, ਜਾਂ ਕਹਿ ਲਓ ਅਗਿਆਨਤਾ ਭਰਿਆ ਮਾਹੌਲ ਆ, ਫੋਕੀਆਂ ਪਰੰਪਰਾਵਾਂ ਨੇ ਨਾ, ਉਹਦੇ ਵਿੱਚ ਮਨੁੱਖ ਨੂੰ ਇਨਸਾਫ ਮਿਲਣਾ, ਕੋਈ ਉਮੀਦ ਰੱਖਣਾ, ਆਸ ਰੱਖਣਾ ਬਹੁਤ ਹੀ ਔਖਾ ਆ, ਕਿਉਂਕਿ ਹਰ ਮਨੁੱਖ ਸਵਾਰਥੀ ਹੋ ਗਿਆ ਆ, ਮਾਨਵਤਾ ਦੀ ਭਾਵਨਾ ਖਤਮ ਹੋ ਚੁੱਕੀ ਹੈ, ਔਰ ਜਿਹੜੇ ਬਾਕੀ ਥੋੜ੍ਹੇ ਬਹੁਤੇ ਰਿਸ਼ਤੇ ਬਚੇ ਆ ਉਹ ਵੀ ਹੌਲੀ ਹੌਲੀ ਕਰਕੇ ਖਤਮ ਹੁੰਦੇ ਜਾ ਰਹੇ ਆ। ਸੋ ਇਸ ਮਾਹੌਲ ਨੂੰ ਜਿਹੜਾ ਹੈ ਬਦਲਣ ਦੀ ਜ਼ਰੂਰਤ ਹੈ, ਔਰ ਇਹਦੇ ਲਈ ਸਾਨੂੰ ਖੁਦ ਜਿਹੜਾ ਹੈ ਕਦਮ ਪੁੱਟਣੇ ਪੈਣਗੇ, ਔਰ ਇਹਨੂੰ ਚੀਜ਼ ਨੂੰ ਖਤਮ ਕਰਨਾ ਪਏਗਾ। ਓਕੇ ਬੇਟਾ, ਥੈਂਕ ਯੂ।